ਨੇ ਪਵਿੱਤਰ ਸ਼ਾਸਤਰ ਪਰਮੇਸ਼ਰ ਦਾ ਚਿੱਤਰਨ ਕਿਵੇਂ ਕਰਦਾ ਹੈ ਜਾਂ ਬਾਈਬਲ ਪਰਮੇਸ਼ਰ ਦਾ ਵਚਨ ਪਰਮੇਸ਼ਰ ਦੀ ਫੋਟੋ ਕਿਵੇਂ ਬਣਾਉਂਦੀ ਆ। ਇਹ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਅੱਜ ਵੇਖਾਂਗੇ। ਭਾਈ ਅਸੀਂ ਪੜਾਂਗੇ ਪ੍ਰਭੂ ਦੇ ਵਚਨ ਦੇ ਵਿੱਚੋਂ ਅਬਰਾਨੀਆਂ ਦੀ ਕਿਤਾਬ ਉਸ ਦਾ 11 ਅਧਿਆਇ 16 ਵਚਨ ਪੜ੍ਹ ਲਾਂਗੇ। ਪਰ ਹੁਣ ਉਹ ਉਸ ਤੋਂ ਉੱਤਮ ਅਰਥਾਤ ਸਵਰਗੀ ਦੇਸ਼ ਨੂੰ ਲੋਚਦੇ ਹਨ। ਇਸ ਕਾਰਨ ਪਰਮੇਸ਼ਰ ਉਹਨਾਂ ਦੀ ਵੱਲੋਂ ਨਹੀਂ ਸ਼ਰਮਾਉਂਦਾ ਜੋ ਉਹਨਾਂ ਦਾ ਪਰਮੇਸ਼ਰ ਕਹਾਵੇ, ਕਿਉਂ ਜੋ ਉਹਨੇ ਉਹਨਾਂ ਲਈ ਇੱਕ ਨਗਰੀ ਤਿਆਰ ਕਰ ਛੱਡੀ ਹੈ। ਨੇਚਾ ਨਾਲ ਅਬਰਾਹਮ ਨੇ ਜਦ ਪਰਤਾਇਆ ਗਿਆ ਤਾਂ ਇਸਹਾਕ ਨੂੰ ਬਲੀਦਾਨ ਲਈ ਚੜਾਇਆ। ਬਸ ਇਧਰ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਹੀ ਪੜਿਆ ਕਿ ਸਾਨੂੰ ਇੱਕ ਉੱਤਮ ਦੇਸ਼ ਪਰਮੇਸ਼ਰ ਸਾਡੇ ਲਈ ਤਿਆਰ ਕੀਤਾ ਹੈ। ਠੀਕ ਹੈ। ਔਰ ਅਸੀਂ ਪੜਾਂਗੇ ਅੱਗੇ ਹੋਰ ਯਹੋਨਾ ਦੀ ਇੰਜੀਲ ਉਹਦਾ 5 ਅਧਿਆਇ ਪਹਿਲਾ ਯਹੋਨਾ 5 ਦਾ 7 ਵਚਨ ਪੜ੍ਹ ਲਾਂਗੇ। ਪਹਿਲਾ ਯਹੋਨਾ 5 ਦਾ 7 ਵਚਨ। ਅਤੇ ਆਤਮਾ ਉਹ ਹੈ ਜਿਹੜਾ ਸਾਖੀ ਦਿੰਦਾ ਹੈ, ਕਿਉਂ ਜੋ ਆਤਮਾ ਸਚਾਈ ਹੈ। ਠੀਕ। ਅਸੀਂ ਇਹ ਸਿੱਖਣ ਲਈ ਜਾ ਰਹੇ ਕਿ ਬਾਈਬਲ ਪਰਮੇਸ਼ਰ ਦੀ ਫੋਟੋ ਕਿਵੇਂ ਬਣਾਉਂਦੀ ਆ। ਪਰਮੇਸ਼ਰ ਤਿੰਨਾਂ ਹਿੱਸਿਆਂ 'ਚ ਤਿੰਨ ਵਿਅਕਤਤਾ ਦੇ ਵਿੱਚ ਵੰਡਿਆ ਗਿਆ। ਇੱਕ ਹੀ ਆ, ਪਹਿਲਾ ਉਹਦਾ ਵਿਅਕਤਿਤ ਆ ਪਿਤਾ, ਦੂਸਰਾ ਵਿਅਕਤਿਤ ਆ ਪੁੱਤਰ, ਤੀਸਰਾ ਵਿਅਕਤਿਤ ਆ ਪਵਿੱਤਰ ਆਤਮਾ। ਇਹ ਤਿੰਨ ਵਿਅਕਤਤਾ ਦੇ ਵਿੱਚ ਸਾਨੂੰ ਪਰਮੇਸ਼ਰ ਦੀ ਫੋਟੋ ਮਿਲਦੀ ਹੈ ਇੱਕ ਹੀ ਆ। ਔਰ ਇਹ ਇੱਕ ਹੁੰਦੇ ਸਮੇਂ ਤਿੰਨਾਂ ਵਿਅਕਤਤਾ ਦੇ ਵਿੱਚ ਵੰਡਿਆ ਹੈ। ਪਿਤਾ ਵੀ ਉਹੀ ਆ, ਪੁੱਤਰ ਵੀ ਉਹੀ ਆ, ਪਵਿੱਤਰ ਆਤਮਾ ਵੀ ਉਹੀ ਆ। ਇਹ ਕਿਵੇਂ ਪਰਮੇਸ਼ਰ ਦੀ ਫੋਟੋ ਬਣਦੀ ਆ। ਠੀਕ ਆ। ਜਿਵੇਂ ਅਸੀਂ ਤਿੰਨ ਵਿਅਕਤੀ ਖੜੇ ਕਰਾਂਗੇ ਤੇ ਉਹ ਤਿੰਨੇ ਅਲੱਗ ਅਲੱਗ ਆ, ਉਹ ਇੱਕ ਨਹੀਂ ਆ। ਜਾਂ ਫਿਰ ਇੱਕ ਆਂਡਾ ਹੁੰਦਾ ਹੈ, ਉਹਦੇ ਵਿੱਚ ਇੱਕ ਸਿਲਕਾ ਹੁੰਦਾ ਹੈ, ਇੱਕ ਸਫੇਦ ਵਾਲਾ ਚਿੱਟਾ ਹੁੰਦਾ ਹੈ, ਇੱਕ ਖੱਟਾ ਵੀ ਹੁੰਦਾ ਹੈ। ਤਿੰਨੇ ਮਿਲਾ ਕੇ ਇੱਕ ਆਂਡਾ ਹੈ। ਸਮਝ ਲੱਗੀ। ਫਿਰ ਜਾਂ ਅਸੀਂ ਵੇਖਦੇ ਹਾਂ ਆਦਮੀ ਇੱਕ ਆ, ਉਹ ਪੁੱਤਰ ਵੀ ਆ ਤੇ ਉਹ ਪਿਤਾ ਵੀ ਆ ਤੇ ਪਤਨੀ ਦਾ ਪਤੀ ਵੀ ਆ। ਆਦਮੀ ਇੱਕ ਹੀ ਆ। ਇਸੇ ਤਰ੍ਹਾਂ ਪਰਮੇਸ਼ਰ ਜਿਹੜਾ ਉਹ ਇੱਕ ਹੀ ਆ। ਪ੍ਰਭੂ ਦੇ ਵਚਨਾਂ ਦੇ ਵਿੱਚੋਂ ਸਾਨੂੰ ਇਹ ਮਿਲਦਾ ਹੈ ਕਿ ਪਰਮੇਸ਼ਰ ਇੱਕ ਹੀ ਆ। ਉਹਦੇ ਤਿੰਨ ਵਿਅਕਤਿਤ ਆ। ਔਰ ਇਹ ਬਾਈਬਲ ਜਿਹੜੀ ਆ ਪਰਮੇਸ਼ਰ ਦਾ ਵਚਨ, ਬਾਈਬਲ ਪਰਮੇਸ਼ਰ ਦਾ ਵਚਨ ਆ। ਇਹ ਪਰਮੇਸ਼ਰ ਦੀ ਇੱਕ ਫੋਟੋ ਬਣਾ ਦਿੰਦਾ ਹੈ। ਪਹਿਲਾਂ ਉਹ ਪਿਤਾ ਵੀ ਉਹੀ ਆ, ਫਿਰ ਉਹ ਖੁਦ ਹੀ ਪੁੱਤਰ ਬਣ ਕੇ ਆਇਆ, ਉਹ ਵੀ ਉਹੀ ਆ, ਫਿਰ ਉਹ ਖੁਦ ਪਵਿੱਤਰ ਆਤਮਾ ਆ, ਉਹ ਵੀ ਉਹੀ ਆ। ਇਹ ਤਿੰਨੋਂ ਮਿਲਾ ਕੇ ਇੱਕ ਹੀ ਪਰਮੇਸ਼ਰ ਆ। ਇੱਧਰ ਅਸੀਂ ਪ੍ਰਭੂ ਦੇ ਵਚਨਾਂ ਦੇ ਵਿੱਚੋਂ ਹੋਰ ਅੱਗੇ ਅਸੀਂ ਵੇਖਾਂਗੇ ਰਸੂਲਾਂ ਦੇ ਕੰਮ 15 ਅਧਿਆਇ 14 ਵਚਨ। हे भाइयों मेरी सुनो। शमौन ने ਦੱਸਿਆ ਹੈ ਭਈ ਕਿਸ ਪ੍ਰਕਾਰ ਪਰਮੇਸ਼ਰ ਨੇ ਪਹਿਲਾਂ ਪੁਰਾਣੀਆਂ ਕੌਮਾਂ ਤੇ ਨਿਗਾਹ ਕੀਤੀ ਤਾਂ ਜੋ
ਉਹਨਾਂ ਵਿੱਚੋਂ ਇੱਕ ਪਰਜਾ ਆਪਣੇ ਨਾਮ ਦੇ ਲਈ ਚੁਣੇ ਹਾਂ ਅਤੇ ਨਬੀਆਂ ਦੇ ਵਚਨ ਇਸ ਨਾਲ ਮਿਲਦੇ ਹਨ। ਹਾਂ ਜਿਵੇਂ ਲਿਖਿਆ ਹੈ, ਇਹਦੇ ਪਿੱਛੋਂ ਮੈਂ ਮੁੜ ਆਵਾਂਗਾ ਹਾਂ ਅਤੇ ਦਾਊਦ ਦੇ ਡਿੱਗੇ ਹੋਏ ਡੇਰੇ ਨੂੰ ਬਣਾਵਾਂਗਾ। ਬਸ ਇਧਰ ਕਹਿੰਦਾ ਨਬੀਆਂ ਦੇ ਵਚਨ ਵੀ ਇਹਦੇ ਨਾਲ ਮੇਲ ਖਾਂਦੇ ਆ। ਇਹ ਪਰਮੇਸ਼ਰ ਦਾ ਵਚਨ ਜਿਹੜਾ ਆ ਇਹਦੇ ਵਿੱਚ ਕੋਈ ਟਕਰਾਅ ਨਹੀਂ ਆ। ਕਿਉਂ? ਕਿਉਂਕਿ ਇਸ ਵਚਨ ਨੂੰ ਲਿਖਣ ਵਾਲਾ ਇੱਕ ਹੀ ਆ, ਇਸ ਲਈ ਇਹਦੇ ਵਿੱਚ ਕੋਈ ਟਕਰਾਅ ਨਹੀਂ ਆ। ਲਿਖਣ ਦੇ ਲਈ ਪੈਨ ਜਿਹੜੇ ਆ ਪਰਮੇਸ਼ਰ ਨੇ ਇਸਤੇਮਾਲ ਕੀਤੇ ਆ, ਹਰਾ ਨੀਲਾ ਚਿੱਟਾ ਜੋ ਵੀ ਰੰਗ ਸਾਰੇ ਕੀ ਕੀਤੇ ਇਸਤੇਮਾਲ। ਉਹ ਕਿਹਨੂੰ ਦੱਸਦੇ? ਨਬੀਆਂ ਨੂੰ, ਭਗਤਾਂ ਨੂੰ, ਰਾਜਿਆਂ ਨੂੰ। ਸਭ ਨੇ ਬੈਠ ਕੇ ਅਲੱਗ-ਅਲੱਗ ਜਿਵੇਂ ਪਵਿੱਤਰ ਆਤਮਾ ਉਹਨਾਂ ਨੂੰ ਲਿਖਵਾਇਆ ਉਹਨਾਂ ਲਿਖਿਆ ਹੈ। ਲੇਕਿਨ ਲਿਖਵਾਉਣ ਵਾਲਾ ਇੱਕ ਹੀ ਆ। ਉਦਾਹਰਨ ਤੌਰ ਤੇ ਮੈਂ ਅਤੇ ਨਬੀਆਂ ਦੇ ਵਚਨ ਇਸ ਨਾਲ ਮਿਲਦੇ ਹਨ। ਹਾਂ ਜਿਵੇਂ ਲਿਖਿਆ ਹੈ, ਇਹਦੇ ਪਿੱਛੋਂ ਮੈਂ ਮੁੜ ਆਵਾਂਗਾ ਹਾਂ ਅਤੇ ਦਾਊਦ ਦੇ ਡਿੱਗੇ ਹੋਏ ਡੇਰੇ ਨੂੰ ਬਣਾਵਾਂਗਾ। ਬਸ ਇਧਰ ਕਹਿੰਦਾ ਨਬੀਆਂ ਦੇ ਵਚਨ ਵੀ ਇਹਦੇ ਨਾਲ ਮੇਲ ਖਾਂਦੇ ਆ। ਇਹ ਪਰਮੇਸ਼ਰ ਦਾ ਵਚਨ ਜਿਹੜਾ ਆ ਇਹਦੇ ਵਿੱਚ ਕੋਈ ਟਕਰਾਅ ਨਹੀਂ ਆ। ਕਿਉਂ? ਕਿਉਂਕਿ ਇਸ ਵਚਨ ਨੂੰ ਲਿਖਣ ਵਾਲਾ ਇੱਕ ਹੀ ਆ, ਇਸ ਲਈ ਇਹਦੇ ਵਿੱਚ ਕੋਈ ਟਕਰਾਅ ਨਹੀਂ ਆ। ਲਿਖਣ ਦੇ ਲਈ ਪੈਨ ਜਿਹੜੇ ਆ ਪਰਮੇਸ਼ਰ ਨੇ ਇਸਤੇਮਾਲ ਕੀਤੇ ਆ, ਹਰਾ ਨੀਲਾ ਚਿੱਟਾ ਜੋ ਵੀ ਰੰਗ ਸਾਰੇ ਕੀ ਕੀਤੇ ਇਸਤੇਮਾਲ। ਉਹ ਕਿਹਨੂੰ ਦੱਸਦੇ? ਨਬੀਆਂ ਨੂੰ, ਭਗਤਾਂ ਨੂੰ, ਰਾਜਿਆਂ ਨੂੰ। ਸਭ ਨੇ ਬੈਠ ਕੇ ਅਲੱਗ-ਅਲੱਗ ਜਿਵੇਂ ਪਵਿੱਤਰ ਆਤਮਾ ਉਹਨਾਂ ਨੂੰ ਲਿਖਵਾਇਆ ਉਹਨਾਂ ਲਿਖਿਆ ਹੈ। ਲੇਕਿਨ ਲਿਖਵਾਉਣ ਵਾਲਾ ਇੱਕ ਹੀ ਆ। ਉਦਾਹਰਨ ਤੌਰ ਤੇ ਮੈਂ ਅਮਰੀਕਾ 'ਚ ਬੈਠ ਕੇ ਲਿਖਣ ਡਿਆ, ਇੱਕ ਕੈਨੇਡਾ 'ਚ ਬੈਠ ਕੇ ਲਿਖਣ ਡਿਆ, ਜਾਂ ਇਟਲੀ 'ਚ ਬੈਠ ਕੇ ਲਿਖਣ ਡਿਆ, ਆਸਟ੍ਰੇਲੀਆ 'ਚ ਬੈਠ ਕੇ ਲਿਖਣ ਡਿਆ, ਜਾਂ ਜਰਮਨ ਦੇ ਵਿੱਚ ਲਿਖਣ ਡਿਆ। ਜਿੱਥੇ ਵੀ ਲਿਖਿਆ ਲਿਖਣ ਵਾਲੇ ਅਲੱਗ-ਅਲੱਗ ਆ, ਲੇਕਿਨ ਲਿਖਵਾਉਣ ਵਾਲਾ ਇੱਕ ਹੀ ਆ। ਤਾਂ ਕਰਕੇ ਪਰਮੇਸ਼ਰ ਦੇ ਵਚਨ ਦੇ ਵਿੱਚ ਪਰਮੇਸ਼ਰ ਦਾ ਵਚਨ ਕਿਤੇ ਵੀ ਟੱਕਰ ਨਹੀਂ ਖਾਂਦਾ। ਜਦੋਂ ਪੜ੍ਹਿਆ ਜਾਂਦਾ ਆ ਤੇ ਉੱਥੇ ਅਸੀਂ ਇਹ ਨਹੀਂ ਕਹਿੰਦੇ ਆਹ ਕੀ ਹੈ ਤੇ ਆਹ ਕੀ ਆ। ਇਹ ਗੱਲ ਕਿਉਂ ਨਹੀਂ ਆਉਂਦੀ? ਕਿਉਂਕਿ ਲਿਖਣ ਵਾਲਾ ਇੱਕ ਹੀ ਆ। ਜਿਹਨੇ ਲਿਖਿਆ ਉਹ ਇੱਕ ਹੀ ਆ। ਉਹਨੇ ਲਿਖਵਾਇਆ ਅਲੱਗ-ਅਲੱਗ ਲੋਕਾਂ ਤੋਂ ਆ। ਤੋ ਅੱਗੇ ਅਸੀਂ ਹੋਰ ਚੱਲਾਂਗੇ। ਰਸੂਲਾਂ ਦੇ ਕੰਮ 4 ਦੇ 27 ਤੇ 28 ਵਚਨ ਪੜ੍ਹ ਲਾਂਗੇ। ਹਾਂ ਹਾਂ ਬਸ इधर कहता, दोबारा एक बार फिर पढ़ दिए। क्यों जो सच्ची मुच्ची, हाँ सच्ची मुच्ची इसे शहर विच तेरे पवित्र सेवक यीशु दे विरुद्ध जिन्हों तू मसा किया हेरोदेश और पैंतियुस ते पिलातुस पराइयां कौमां इसराइल दे लोकां सने सारे इकट्ठे हो गए। लोकां नूं ये नहीं समझ लगदी। प्रभु यीशु दे आउण तो पहला किसी नूं ये नहीं पता कि परमेश्वर जिहड़ा आ वो पिता भी आ और पुत्र भी आ ते पवित्र आत्मा भी आ। जब प्रभु यीशु आया तो उस समय उन्हें आन के आख्या मैनू पिता ने घल्लिया है। तां लोकां नूं थोड़ी थोड़ी समझ लगनी शुरू हुई कि इहदा एक पिता भी आ
जिन्हें नूं घल्लिया है। फिर ये कहना शुरू कर दिता ने, मैं पिता कोले जा रहा हाँ ते तुहाडे लई एक सहायक पवित्र आत्मा घल्लूंगा। फिर लोगों को यह भी समझ लगनी शुरू हो गई कि पिता भी आ, पुत्र भी आ ते पवित्र आत्मा भी आ। लोगों को यह समझ लग गई ये तीन आ। पहला कला यहोवा दे नाम च ही परमेश्वर प्रगट होया, फिर इब्राहिम ते सर्वशक्ति नाम दे विच प्रगट होया, और होर भी कई नावां दे विच परमेश्वर ने अपने आप को प्रगट किया। लेकिन पिता पुत्र पवित्र आत्मा का भेत गुप्त ही आ। वो जब प्रभु यीशु आया, प्रभु यीशु ने आन के वो भेत प्रगट किया कि मैनू पिता ने घल्लिया। तो लोगों को समझ लगनी शुरू हो गई कि ਇਹਦਾ पिता भी हैगा। फिर बाद दे विच उन्हें कहा मैं तो पिता कोले वापस चले जाना ते मैं तुहाडे लई एक सहायक घल्लूंगा, अर्थात पवित्र आत्मा, जिहड़ा सदा तुहाडे संग रहेगा। फिर लोगों को यह भी समझ लगी भी इन्हें भी नहीं रहना साडे कोले, इन्हें भी चले जाना। फिर पैंतीकोस दे दिन उही इकरार जिहड़ा उन्हां दे उत्ते आ गया, पवित्र आत्मा जिवें भारी नेरी दे वगन दी गूंज हुंदी आ, इस तरह उन्हां दी जीभ दे उत्ते कंट्रोल कर लिया ते पवित्र आत्मा सबना दे उत्ते उतर आया। जब उतर आया फिर पवित्र आत्मा दे विच लोग भर गए, अलग अलग बोलियां बोलनियां शुरू कर दित्तियां। फिर लोगों को ये समझ लग चुकी सी कि पिता ने पुत्र नूं घल्लिया, पुत्र अपना काम करके वापस चले गया, हुण पुत्र ने जाके पवित्र आत्मा नूं घल्लिया, हुण ये साडे संग रहूगा। इसलिए पवित्र आत्मा हुण साडे नाल आ। तो ये पवित्र आत्मा है कौन आ? आइए असीं यूहन्ना दी इंजील 4 दे उहदा 24 वचन पढ़ लांगे। परमेश्वर आत्मा है ਅਤੇ ਜੋ ਉਹਦੀ ਭਗਤੀ ਕਰਦੇ ਹਨ ਉਹਨਾਂ ਨੂੰ ਚਾਹੀਦਾ ਹੈ ਭਈ ਉਹ ਆਤਮਾ ਤੇ ਸਚਾਈ ਨਾਲ ਭਗਤੀ ਕਰਨ। परमेश्वर एक की आ? आत्मा है। परमेश्वर पिता है, परमेश्वर पुत्र आ ते परमेश्वर एक आत्मा है। ये तीन परमेश्वर दे व्यक्तित्व आ। पिता भी एक व्यक्तित्व आ, पुत्र भी एक व्यक्तित्व आ, पवित्र आत्मा भी एक व्यक्तित्व आ। इन्हां तिन्नां नूं अलग अलग करके भी वेखांगे ते परमेश्वर ही आ। पिता नूं वेखांगे ते पिता परमेश्वर आ, पुत्र नूं वेखांगे ते पुत्र परमेश्वर आ, पवित्र आत्मा नूं वेखांगे ते पवित्र आत्मा परमेश्वर आ। ये तिन्ने एक ही परमेश्वर आ, एक ही परमेश्वर दे तीन व्यक्तित्व आ। इसलिए अगे होर पढ़ लांगे रोमिया की किताब 3 दे 27 वचन। ਸੋ ਹੁਣ ਘਮੰਡ ਕਿੱਥੇ, ਉਹ ਤਾਂ ਰਹਿ ਗਿਆ, ਉਹ ਤਾਂ ਰਹਿ ਗਿਆ ਇਹੋ ਜਿਹੀ ਵਿਧੀ ਨਾਲ ਹਾਂ ਭਲਾ ਕਰਮਾਂ ਦੀ ਨਹੀਂ ਸਗੋਂ ਨੇਚਾ ਦੀ ਵਿਧੀ ਨਾਲ। ਹਾਂ ਇਸ ਲਈ ਅਸੀਂ ਇਹ ਵਿਚਾਰਦੇ ਹਾਂ ਭਈ ਮਨੁੱਖ ਸ਼ਰਾਂ ਦੇ ਕਰਮਾਂ ਦੇ ਬਾਝੋਂ ਨੇਚਾ ਹੀ ਨਾਲ ਧਰਮੀ ਠਹਿਰਾਇਆ ਜਾਂਦਾ ਹੈ। ਬਸ ਠੀਕ ਆ। ਇਹਦੇ ਵਿੱਚ ਸ਼ਰਾਂ ਦੇ ਬਾਰੇ ਆਇਆ, ਨੇਚਾ ਦੇ ਬਾਰੇ ਆਇਆ। ਅਸੀਂ ਇਹ ਨੇਚਾ ਕੀਤੀ ਹੈ ਕਿ ਪਰਮੇਸ਼ਰ ਇੱਕ ਹੀ ਆ। फिर जब असी ये नेचा कर ली तो फिर हुण असी ये भी नेचा करते हैं कि परमेश्वर एक आ ते परमेश्वर दे तीन व्यक्तित्व आ। साडा परमेश्वर
ਇੱਕ ਪਰਮੇਸ਼ਰ ਆ, ਉਹਦੇ ਤਿੰਨ ਵਿਅਕਤਿਤ ਆ। ਇਹਨਾਂ ਤਿੰਨਾਂ ਵਿਅਕਤਤਾ ਨੂੰ ਜਦੋਂ ਵੇਖਦੇ ਆ ਤੇ ਤਿੰਨਾਂ ਦੇ ਵਿੱਚੋਂ ਇੱਕ ਹੀ ਚੀਜ਼ ਮਿਲਦੀ ਆ, ਪਿਤਾ ਪਰਮੇਸ਼ਰ, ਪੁੱਤਰ ਪਰਮੇਸ਼ਰ ਤੇ ਪਵਿੱਤਰ ਆਤਮਾ ਪਰਮੇਸ਼ਰ। ਇਹ ਤਿੰਨ ਨਹੀਂ ਆ, ਇਹ ਤਿੰਨ ਇੱਕ ਆ। ਠੀਕ ਆ। ਆइए मत्ती दी इंजील 28 ਦੇ ਉਹਦਾ 18 ਵਚਨ ਪੜ੍ਹਦੇ। ਹਾਂਜੀ। ਅਤੇ ਯੀਸ਼ੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਮੇਰੇ ਚੇਲੇ ਬਣਾਓ। ਸਾਰੀਆਂ ਕੌਮਾਂ ਨੂੰ ਮੇਰੇ ਚੇਲੇ ਬਣਾਓ। ਹਾਂਜੀ। ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਠੀਕ। ਇਧਰ ਵੀ ਤਿੰਨ ਆ ਗਏ। ਉਹਨਾਂ ਨੂੰ ਪਿਤਾ, ਪੁੱਤਰ ਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ, ਕਿਉਂਕਿ ਇਹ ਤਿੰਨੇ ਇੱਕੋ ਹੀ ਆ। ਇਹ ਤਿੰਨ ਵਿਅਕਤਿਤ ਆ ਔਰ ਪਰਮੇਸ਼ਰ ਨੇ ਆਗਿਆ ਦਿੱਤੀ ਆ। ਪਿਤਾ ਦਾ ਨਾਮ ਹੀ ਹੋਣਾ ਚਾਹੀਦਾ ਹੈ, ਪੁੱਤਰ ਦਾ ਨਾਮ ਹੀ ਹੋਣਾ ਚਾਹੀਦਾ ਹੈ ਤੇ ਪਵਿੱਤਰ ਆਤਮਾ ਦਾ ਨਾਮ ਹੀ ਆਉਣਾ ਚਾਹੀਦਾ ਹੈ। ਫਿਰ ਅੱਗੇ ਅਸੀਂ ਦੂਸਰਾ ਕਰੰਥੀਆ 13 ਦੇ 14 ਵਚਨ ਪੜ੍ਹ ਲਾਂਗੇ। प्रभु यीशु मसीह दी किरपा, हाँ, परमेश्वर दा प्रेम, इधर भी आ गया प्रभु यीशु मसीह दी किरपा ते परमेश्वर दा प्रेम, हाँ, अते पवित्र आत्मा दी संगत, अते पवित्र आत्मा दी संगत तुसा सबना नाल होवे, तुसा सबना नाल होवे, आमीन। ठीक। इधर भी तीन ने क्या, उधर भी तीन ने क्या। इधर सानू ये बाइबल जिहड़ी परमेश्वर दा वचन आ, ये परमेश्वर दी फोटो बना के देंदी आ कि परमेश्वर एक ही आ। जद परमेश्वर दा वचन पढ़दे आ ते सानू समझ लग जांदी आ ये तीन परमेश्वर दे व्यक्तित्व आ ते परमेश्वर एक ही आ। आइए यूहन्ना दी इंजील 14 दे ओदा 7 वचन पढ़ लांगे। जे तुसी मैनू जानदे तां मेरे पिता नू भी जानदे। इधर प्रभु यीशु कहंदा आ जे तुसी मैनू जानदे ते मेरे पिता नू भी जानदे। हाँ। इदों अगे तुसी ओनू जानदे, इदों अगे तुसी ओनू जानदे अते ओनू वेख लिया है। ओनू वेख लिया है। फिलिप्पुस ने ओनू आख्या, हाँ, प्रभु जी, हाँ, पिता दा सानू हाँ, दर्शन करा। आंदे पिता दा सानू की करा, दर्शन करा। फिलिप्पुस आंदा सानू पिता दा दर्शन करा ता सानू तृप्त हो, ता सानू तृप्त होगी। यीशु ने ओना नू आख्या, यीशु ने उन्हां नू आख्या, फिलिप्पुस एने चिर तो मैं तुहाडे नाल हां, फिलिप्पुस इन्ने चिर तो मैं तुहाडे नाल हां और की तै मैनू नहीं जानिया, की तुसी मैनू नहीं जानिया। जिन्हें मैनू वेख्या, जिन्हें मैनू वेख्या ਉਹਨੇ ਪਿਤਾ ਨੂੰ ਵੇਖਿਆ। ਉਹਨੇ ਪਿਤਾ ਨੂੰ ਵੇਖਿਆ। ਜਿਸ ਤਰ੍ਹਾਂ ਦਾ ਪੁੱਤਰ ਆ ਉਸ ਤਰ੍ਹਾਂ ਦਾ ਹੀ ਪਿਤਾ ਆ। ਅਸੀਂ ਤਿੰਨੋਂ ਇੱਕ ਹੀ ਆ। ਹਾਂ। ਤੂੰ ਕਿਉਂ ਆਖਦਾ ਹੈ, ਤੂੰ ਕਿੱਕਰ ਆਖਦਾ ਹੈ ਭਈ ਸਾਨੂੰ ਪਿਤਾ ਦਾ ਦਰਸ਼ਨ ਕਰਾ। ਭਈ ਸਾਨੂੰ ਪਿਤਾ ਦਾ ਦਰਸ਼ਨ ਕਰਾ। ਕਿ ਤੂੰ ਸੱਤ ਨਹੀਂ ਮੰਨਦਾ, ਤੂੰ ਸੱਤ ਨਹੀਂ ਮੰਨਦਾ ਜੋ ਮੈਂ ਪਿਤਾ ਵਿੱਚ ਹਾਂ, ਮੈਂ ਪਿਤਾ ਦੇ ਵਿੱਚ ਹਾਂ ਔਰ ਪਿਤਾ ਮੇਰੇ ਵਿੱਚ, ਪਿਤਾ ਮੇਰੇ ਵਿੱਚ ਹੈ। ਵੇਖ ਗੱਲਾਂ ਜਿਹੜੀਆਂ, ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਹਾਂ, ਆਪ ਤੋਂ ਨਹੀਂ ਆਖਦਾ, ਔਰ ਪਿਤਾ ਮੇਰੇ ਵਿੱਚ ਰਹਿੰਦਾ, ਪਿਤਾ ਮੇਰੇ ਵਿੱਚ ਰਹਿੰਦਾ ਆ, ਆਪਣੇ ਕੰਮ ਕਰਦਾ ਆ। ਮੇਰੀ ਪ੍ਰਤੀਤ ਕਰੋ ਕਿ ਕੰਮ ਹੀ। ਹਾਂ, ਬਸ ਠੀਕ ਹੈ। प्रभु यीशु कहता मैं पिता दे विच हां ते पिता मेरे विच आ। इसलिए ये बाइबल जिहड़ी आ सानू परमेश्वर दी
फोटो बना के दिंदी है। तो इसलिए इत्थे असी एक शब्द जिहड़ा आ उहनूं सिक्ख्या कि बाइबल परमेश्वर दा वचन जिहड़ा आ परमेश्वर दा चित्रण किवें करदा है जां उहदी फोटो किवें विखाउंदा है। तो अज असी उस प्रभु दी फोटो वेखी तो सानू ये समझ लग गई प्रभु दे 3 व्यक्तित्व आ ते प्रभु एक व्यक्ति आ और परमेश्वर एक शक्ति नहीं आ, परमेश्वर एक व्यक्ति आ। ठीक है, उन्हें 3 व्यक्तिता दे विच साडे उत्ते अपने आप नूं प्रगट करके दिता है कि सानू समझ लग जाए। इधर प्रभु यीशु ने क्लीयर कर दिता है मैं पिता दे विच आ, पिता मेरे विच आ, जिन्हें मैनू वेख्या उन्हें मेरे पिता नूं वेख्या। इसलिए अज असी प्रभु दे वचन दे विचों ये गल वेखी कि परमेश्वर एक ही आ। परमेश्वर दे 3 व्यक्तित्व आ। ये 3 व्यक्तित्व जे समझ ना आए तो सानू लगूगा कि परमेश्वर 3 आ। सानू ऐ लगूगा कि स्वर्ग दे विच 3 संघासन होणगे, एक ते पिता बैठूगा, एक ते पुत्र बैठूगा, एक ते पवित्र आत्मा बैठूगा। स्वर्ग दे विच एक ही संघासन आ। जद प्रभु मनुख बन के आया ते उदों ही वो एक ही परमेश्वर है। वो स्वर्ग दे विच भी काम करदा है ते वो धरती ते भी काम। इसलिए उन्होंने आंदे सर्वव्यापी परमेश्वर नूं कहंदे आ सर्वव्यापी। वो स्वर्ग च भी आ, वो धरती ते भी आ। जद प्रभु पवित्र आत्मा साडे नाल आ ते उस समय भी पवित्र आत्मा भी सर्वव्यापी आ। पिता भी सर्वव्यापी आ, पुत्र भी सर्वव्यापी आ ते पवित्र आत्मा भी सर्वव्यापी आ। पुत्र भी सर्वज्ञानी आ, पिता भी सर्वज्ञानी आ ते पवित्र आत्मा भी सर्वज्ञानी आ। इसलिए ये 5 गुण जिहड़े इन्हां तिन्नां दे विच आ। परमेश्वर कदी नहीं बदलता तो पुत्र भी कदी नहीं बदलता, पुत्र कदे नहीं बदलता तो पवित्र आत्मा भी कदे बदलता नहीं है। इसलिए परमेश्वर साडे दे जिहड़े गुण आ उहदे विचों सानू मिलदे आ। जे परमेश्वर सर्वशक्तिमान आ ते पुत्र भी सर्वशक्तिमान आ। जे पुत्र सर्वशक्तिमान आ ते पवित्र आत्मा भी सर्वशक्तिमान आ। ये तीनों मिला के एक ही परमेश्वर आ। ये 3 व्यक्तित्व भी असीं मानते हैं और परमेश्वर एक आ उन्होंने भी मानते हैं। इसलिए सानू ये समझ